ਚਲੋ ਉਹਨਾਂ ਨੂੰ ਕਹੋ ਆਦਰਨੀਆਂ 69 ਸਾਲਾਂ ਦੀ ਉਮਰ ਦੇ ਵਿੱਚ ਵਿਅਕਤੀ ਗੱਲ ਜਦੋਂ ਕਰੇ ਨਾ ਉਦੋਂ ਪਾਏਦਾਰ ਵਾਲੀ ਗੱਲ ਕਰਨੀ ਚਾਹੀਦੀ। ਜੇ ਸਾਡਾ ਮੰਤਰੀ ਕੋਈ ਬਣ ਜੇ ਆਮ ਆਦਮੀ ਪਾਰਟੀ 'ਚ ਰਾਜਾ ਵੜਿੰਗ ਰਾਜਨੀਤੀ ਛੱਡ ਜਾਏਗਾ। ਉਹ ਇਹ ਗੱਲ ਕਨਫਿਊਜ਼ਨ ਪੈਦਾ ਕਰ ਰਹੇ ਨੇ ਨਾ ਜਾਖੜ ਸਾਹਿਬ ਕਿ ਇਹਨਾਂ 'ਚੋਂ ਕੋਈ ਮੰਤਰੀ ਸਾਡਾ ਅਲਾਇੰਸ ਹੋ ਗਿਆ ਉੱਤੇ ਮਿਲ ਗਏ। ਜੇ ਕੋਈ ਸਾਡਾ ਮੰਤਰੀ ਬਣੇ ਜਾਂ ਸਾਡਾ ਕੋਈ ਵਿਅਕਤੀ ਆਮ ਆਦਮੀ ਪਾਰਟੀ ਦੇ ਰਾਜਾ ਵੜਿੰਗ ਰਾਜਨੀਤੀ ਛੱਡ ਜਾਏਗਾ। ਅਗਰ ਕੋਈ ਨਹੀਂ ਬਣਿਆ ਤਾਂ ਜਾਖੜ ਸਾਹਿਬ ਕਿਰਪਾ ਕਰਕੇ ਆਪਦੇ ਬਿਆਨ ਦੇ ਮੁਤਲਕ ਮਾਫੀ ਮੰਗ ਲੈਣ। ਮੈਂ ਨਹੀਂ ਕਹਿੰਦਾ ਉਹ ਰਾਜਨੀਤੀ ਛੱਡਣ, ਕਿਉਂਕਿ ਛੱਡਣੀ ਨਹੀਂ। ਐਵੇਂ ਇਸ ਉਮਰ 'ਚ ਝੂਠੀ ਅਫਵਾਹ ਫੈਲਾਉਣੀ ਕਿ ਉਧਰ ਮੰਤਰੀ ਦੀ ਗੱਲ ਚੱਲ ਰਹੀ ਹੈ, ਹੁਣ ਉਹਨਾਂ ਨਾਲ ਅਲਾਇੰਸ ਹੋ ਗਿਆ, ਇਹ ਗਲਤ ਗੱਲ ਨਹੀਂ ਕਰਨੀ ਚਾਹੀਦੀ। ਔਰ ਐਡੀ ਉਮਰ ਦੇ ਅਧਿਕਸ਼ਾਂ ਦੀ ਪਰ ਵੜਿੰਗ ਸਾਹਿਬ ਦੇਖੀਏ ਜਿਸ ਤਰ੍ਹਾਂ ਦਾ ਪੂਰਾ ਸਟਰਕਚਰ ਚੱਲ ਰਿਹਾ ਹੈ, ਬੀਜੇਪੀ ਵੀ ਇਹ ਗੱਲ ਕਹਿਣ ਲੱਗ ਗਈ, ਕਹਿੰਦੇ ਕਾਂਗਰਸ ਨੂੰ ਤਾਂ ਹਜੇ ਆਪਦੇ ਨਹੀਂ ਪਤਾ ਲੱਗ ਰਿਹਾ ਵੀ ਆਪ ਵਾਲਿਆਂ ਨਾਲ ਮਿਲ ਕੇ ਅਸੀਂ ਚੱਲਾਂਗੇ ਕਿਵੇਂ। ਉਸ ਚੀਜ਼ ਨੂੰ ਲੈ ਕੇ ਤੁਸੀਂ ਅੱਜ ਮੀਟਿੰਗਾਂ 'ਚ ਕਲੀਅਰ ਕਰ ਰਹੇ ਹੋ। ਦੇਖੋ ਮੈਂ ਤੁਹਾਨੂੰ ਵਾਰੀ-ਵਾਰੀ ਇੱਕ ਗੱਲ ਬਹੁਤ ਵਾਰੀ ਕਹਿਤੀ, ਪਤਾ ਨਹੀਂ ਕਿਉਂ ਵਾਰ-ਵਾਰ ਇਸ ਚਰਚਾ ਨੂੰ ਕਿਉਂ ਦੁਹਰਾਇਆ ਜਾਂਦਾ ਹੈ। ਔਰ ਖਾਸ ਕਰਕੇ ਬੀਜੇਪੀ ਜਦੋਂ ਦੀ ਸਾਡੀ ਮੀਟਿੰਗ ਹੋਈ ਹੈ 26 ਪਾਰਟੀਆਂ ਦੀ ਇੰਡੀਆ ਨਾਮ ਚੁਣਿਆ ਗਿਆ ਹੈ, ਪਤਾ ਨਹੀਂ ਰੱਬ ਦੀ ਐਸੀ ਕਿਰਪਾ ਹੈ ਕਿ ਨਰਿੰਦਰ ਮੋਦੀ ਜੀ ਇੰਡੀਆ ਨੂੰ ਵੀ ਗਾਲਾਂ ਦੇਣ ਲੱਗ ਪਏ ਨੇ, ਕਿਉਂਕਿ ਇਹਨਾਂ ਨੂੰ ਹੁਣ ਇੰਡੀਆ ਜਿਹੜਾ ਨਾਂ ਹੈ ਉਹ ਹਜਮ ਨਹੀਂ ਹੋ ਰਿਹਾ। ਅੱਜ ਦੁਬਾਰਾ ਫੇਰ ਜਨਤਾ ਦੀ ਕਚਹਿਰੀ 'ਚ ਕਲੀਅਰ ਕਰ ਦਈਏ। ਔਰ ਸਾਨੂੰ ਤਾਂ ਬਿਲਕੁਲ ਕਲੀਅਰ ਹੈ ਕਿ ਜਿੰਨੇ ਵੀ ਲਾਈਕ ਮਾਈਂਡਡ ਲੋਕ ਇਕੱਠੇ ਹੋਏ ਆ ਇਹ ਬੀਜੇਪੀ ਸਰਕਾਰ ਦੇ ਖਿਲਾਫ ਔਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਖਿਲਾਫ ਇਕੱਠੇ ਹੋਏ ਹੈ ਕਿ ਕਿੱਦਾਂ ਅਸੀਂ ਡੈਮੋਕ੍ਰੇਸੀ ਨੂੰ ਬਚਾਉਣਾ ਹੈ। ਗੱਲ ਨਰਿੰਦਰ ਮੋਦੀ ਜੀ ਦੀ ਨਹੀਂ ਹੈ, ਡੈਮੋਕ੍ਰੇਸੀ ਖਤਰੇ 'ਚ ਹੈ। ਲੋਕ ਇਹ ਗੱਲ ਕਹਿਣ ਲੱਗ ਪਏ ਦੱਬੀਵਾਦ 'ਚ ਕਿ ਅਗਰ ਇਸ ਵਾਰ ਬੀਜੇਪੀ ਆਈ ਤਾਂ ਅੱਗੇ ਤੋਂ ਚੁਣਾਵ ਹੋਣੇ, ਇਸ ਦੇਸ਼ ਦਾ ਲੋਕਤੰਤਰ ਖਤਮ ਹੋ ਜਾਏਗਾ। ਇੱਥੇ ਰੂਸ ਵਾਂਗੂ ਚਾਈਨਾ ਦੇ ਵਾਂਗੂ ਇੱਕ ਰਾਜ ਹੋਏਗਾ ਜਿੱਥੇ ਉਸ ਤੋਂ ਬਾਅਦ ਚੁਣਾਵ ਨਹੀਂ ਹੋਣੇ। ਸੋ ਉਹ ਸਾਰੇ ਦਲ ਇਕੱਠੇ ਹੋਏ ਹੈ। ਹਾਲਾਂਕਿ ਅਸੀਂ ਪ੍ਰਦੇਸ਼ਾਂ, ਚਾਹੇ ਉਹ ਕੇਰਲਾ ਹੈ, ਚਾਹੇ ਉਹ ਬੰਗਾਲ ਹੈ, ਚਾਹੇ ਉਹ ਪੰਜਾਬ 'ਚ ਹੈ, ਅਸੀਂ ਵੱਖ-ਵੱਖ ਲੜਦੇ। ਸਾਡੇ ਮੁੱਦੇ ਵੱਖ-ਵੱਖ ਹੈ, ਸਾਡੀਆਂ ਮੰਗਾਂ ਵੱਖ-ਵੱਖ ਹੈ ਔਰ ਅਸੀਂ ਸਿੱਧੀ ਲੜਾਈ ਹੈ। ਅੱਜ ਮੇਨ ਆਪੋਜੀਸ਼ਨ ਪਾਰਟੀ ਬੀਜੇਪੀ ਦਾ ਕੋਲੇ ਇੱਕ ਵਿਧਾਇਕ ਆ, ਉਹ ਵੀ ਘਰੇ ਰੁੱਸੇ ਬੈਠੇ ਨੇ ਅਸ਼ਵਨੀ ਜੀ, ਉਹ ਬੀਜੇਪੀ ਦੇ ਨਾਲ, ਕਿਉਂਕਿ ਅੱਜ ਦਾ ਜਿਹੜਾ ਪ੍ਰਧਾਨ ਸਾਹਿਬ ਆਏ ਨੇ ਆਦਰਨੀਆ ਜਾਖੜ ਸਾਹਿਬ, ਉਹ ਕਾਂਗਰਸ 'ਚੋਂ ਗਏ ਨੇ। ਸੋ ਇਸ ਕਰਕੇ ਸਾਡਾ ਅਲਾਇੰਸ ਇੰਡੀਆ ਅੱਪਰ ਲੈਵਲ ਤੇ ਹੈ। ਸਾਡੇ ਨਾਲ ਕਿਸੇ ਦਾ ਕੋਈ ਅਲਾਇੰਸ ਦੀ ਗੱਲ, ਕਿਸੇ ਪ੍ਰਕਾਰ ਦੀ ਕੋਈ ਚਰਚਾ, ਕਿਸੇ ਪ੍ਰਕਾਰ ਦਾ ਕੋਈ ਸਵਾਲ, ਕੋਈ ਚਰਚਾ ਹੀ ਨਹੀਂ। ਔਰ ਆਉਣ ਤੁਹਾਨੂੰ ਲੱਗਦਾ ਇਹ ਮੀਡੀਆ ਨੇ ਚਲਾਤਾ ਸੀਟ ਸ਼ੇਅਰਿੰਗ। ਇਹ ਜਿਹੜਾ ਬੰਦਾ ਇਹ ਕਹਿੰਦਾ ਵੀ ਸੀਟ ਸ਼ੇਅਰਿੰਗ ਹੋ ਗਈ ਹੈ, ਉਹਨੂੰ ਪੁੱਛ ਕੇ ਆਓ ਵੀ ਤੁਸੀਂ ਕਿਹਨੂੰ, ਸੋਨੀਆ ਜੀ ਨੂੰ, ਖਰਗੇ ਸਾਹਿਬ ਨੂੰ ਜਾਂ ਕੇਜਰੀਵਾਲ ਜੀ ਨੂੰ ਤੁਸੀਂ ਮਿਲਿਆ ਹੋ? ਕਿਸੇ ਪ੍ਰਕਾਰ ਦੀ ਕਿਸੇ ਪਾਰਟੀ ਦੀ ਸੀਟ ਸ਼ੇਅਰਿੰਗ ਦੀ ਗੱਲ ਨਹੀਂ ਹੋਈ। ਔਰ ਮੈਂ 100% ਸ਼ੋਰ ਹਾਂ ਕਿ ਅਸੀਂ ਪੰਜਾਬ ਦੇ ਵਿੱਚ, ਨਾਟ ਓਨਲੀ ਪੰਜਾਬ, ਕਈ ਰਾਜਾਂ ਦੇ ਵਿੱਚ ਉਹ ਜਿਹੜੀਆਂ ਪਾਰਟੀ ਲਾਈਕ ਮਾਈਂਡਡ ਉੱਥੇ ਇਕੱਠੀਆਂ ਹੋਈਆਂ ਸੀ, ਲੇਕਿਨ ਉਹ ਅੱਡ-ਅੱਡ ਆਪਦੇ ਮੁੱਦਿਆਂ ਤੇ ਅੱਡ-ਅੱਡ ਥਾਵਾਂ ਤੇ ਚੁਣਾਵ ਲੜਨਗੀਆਂ। ਸਾਡਾ ਕਿਸੇ ਨਾ ਕਿਸੇ ਪ੍ਰਕਾਰ ਦਾ ਕੋਈ ਅਲਾਇੰਸ ਦੀ ਗੱਲ ਨਹੀਂ ਹੈ। ਇਹ ਵਾਰ-ਵਾਰ ਚਰਚਾ। ਔਰ ਮੇਰੀ ਬੇਨਤੀ ਹੈ ਬੀਜੇਪੀ ਵਾਲੇ ਆਪਦੀ ਗੱਲ ਕਰਨ, ਕਿਉਂਕਿ ਚਰਚਾ ਇਹ ਹੈ ਕਿ ਸਾਰੀ ਬੀਜੇਪੀ ਜਿਹੜੀ ਪੁਰਾਣੀ ਕਾਂਗਰਸ ਸੀ, ਜਿਨ੍ਹਾਂ ਨੂੰ ਅਸੀਂ ਜਿਹੜੇ ਵਿਚਾਰਿਆਂ ਨੂੰ ਇਗਨੋਰ ਹੋ ਗਏ, ਜਿਨ੍ਹਾਂ ਨੂੰ ਲਾਤਾ ਦਿੱਤਾ ਗਿਆ ਸੀ, ਉਹ ਉਧਰ ਚਲੇ ਗਏ। ਅੱਜ ਬੀਜੇਪੀ ਵਾਲੇ ਮਹਿਸੂਸ ਕਰ ਰਹੇ ਆ ਕਿ ਗਵਰਨਰ ਨੂੰ ਕਿਤੇ ਜਾਂਦੇ ਹੈ ਜਾਂ ਹੜ੍ਹ ਪੀੜਤਾਂ ਕੋਲੇ ਜਾਂਦੇ ਹੈ ਪ੍ਰਧਾਨ, ਤਾਂ ਸਾਰੀ ਕਾਂਗਰਸ ਹੀ ਪੁਰਾਣੀ ਨਜ਼ਰ ਆਉਂਦੀ ਹੈ। ਅੱਜ ਜਿਹੜਾ ਬੀਜੇਪੀ ਦਾ ਜਿਹੜਾ ਅਸਲੀ ਕੇਡਰ ਸੀ, ਜਿਨ੍ਹਾਂ ਨੇ ਇੱਕ ਬੰਦੇ ਤੋਂ ਦੂਜਾ ਬੰਦਾ ਜੋੜਿਆ ਸੀ, ਉਹ ਸਾਰੇ ਨਿਰਾਸ਼ ਬੈਠੇ ਹੈ। ਅੰਦਰ ਹੀ ਅੰਦਰ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ। ਔਰ ਖਾਸ ਕਰਕੇ ਅੰਦਰ ਬੀਜੇਪੀ ਦੇ ਵੀ ਹੈਗਾ, ਦਲਿਤ ਭਾਈਚਾਰੇ 'ਚ ਬਹੁਤ ਵੱਡਾ ਵਿਰੋਧ ਹੈ ਬੀਜੇਪੀ ਦਾ। ਔਰ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਦਾ ਹਾਂ, ਕਿਰਪਾ ਕਰਕੇ ਜਾਖੜ ਸਾਹਿਬ ਇਹ ਗੱਲ ਕਲੈਰਿਟੀ ਲੈ ਕੇ ਆਉਣ, ਇਹ ਦੱਸਣ ਕਿ ਅਲਾਇੰਸ ਪੱਕਾ ਅਕਾਲੀ ਦਲ ਨਾਲ ਤੁਹਾਡੇ ਗੱਲ ਮੁੱਕ ਚੁੱਕੀ ਹੈ ਕਿ ਅਜੇ ਬਾਕੀ ਹੈ। ਜਿਹੜੀ ਸਾਡੇ ਕੋਲੇ ਖਬਰਾਂ ਦੇ ਮੁਤਾਬਕ ਤਾਂ ਮੁੱਕ ਚੁੱਕੀ ਹੈ ਕਿ 5 ਸੀਟਾਂ ਬੀਜੇਪੀ ਲੜੇਗੀ ਤੇ 6 ਸੀਟਾਂ ਅਕਾਲੀ ਦਲ ਲੜੇਗਾ ਤੇ ਇੱਕ ਅਕਾਲੀ ਦਲ ਬਸਪਾ ਨੂੰ ਦੇਣੀ ਚਾਹੁੰਦਾ। ਇਹ ਗੱਲ ਮੁਕੰਮਲ ਤੌਰ ਤੇ ਅੰਦਰ ਮੁੱਕ ਗਈ ਹੈ।